ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲੋਂ ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ। ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12ਵੀਂ ਵਿੱਚ ਮਾਡਲ ਟੈਸਟ ਪੇਪਰ 2022 ਵਿੱਚ ਜਿਹੜੇ ਸਾਲਾਨਾ ਪ੍ਰੀਖਿਆ ਵਿੱਚ ਇੰਪੋਰਟੈਂਟ ਕੁਐਸਚਨ ਆने हैं ਜਾਂ ਜ਼ਰੂਰੀ ਪ੍ਰਸ਼ਨ ਨੇ ਉਹਨਾਂ ਦੀ ਦੁਹਰਾਈ ਕਰਾਂਗੇ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਜਿਹੜਾ ਪੇਪਰ ਦਾ ਪੈਟਰਨ ਹੋਵੇਗਾ ਉਹਦੇ ਬਾਰੇ ਦੱਸਣਾ ਚਾਹਾਂਗਾ ਕਿ ਪੇਪਰ ਜਿਹੜਾ 3 ਭਾਗਾਂ 'ਚ ਵੰਡਿਆ ਹੋਏਗਾ, ਊੜਾ, ਐੜਾ ਅਤੇ ਈੜੀ। ਜਿਹੜਾ ਊੜਾ ਭਾਗ ਹੈ ਇਹਦੇ ਵਿੱਚ ਇੱਕ ਨੰਬਰ ਦੇ 18 ਕੁਐਸਚਨ ਆਣੇ ਤੇ ਇਹ 18 ਕੁਐਸਚਨ ਕਿੱਦਾਂ ਆਣਗੇ ਕਿ ਜਿਹੜਾ ਊੜਾ ਭਾਗ ਹੈ ਇਹਦੇ ਵਿੱਚ ਜਿਹੜਾ ਪਹਿਲਾ ਭਾਗ ਹੋਏਗਾ ਉਹ 'ਚ 6 ਪ੍ਰਸ਼ਨ ਆਣਗੇ ਜਿਹੜੇ MCQ ਹੋਣਗੇ। ਦੂਜਾ ਪ੍ਰਸ਼ਨ ਆਏਗਾ ਉਹ ਵੀ 6 ਹੋਣਗੇ, ਇਹਦੇ 'ਚ ਖਾਲੀ ਥਾਵਾਂ ਮਤਲਬ ਫਿਲਪਸ ਹੋਣਗੇ। ਤੇ ਜਿਹੜਾ ਊੜੇ ਭਾਗ 'ਚ ਤੀਜਾ ਪ੍ਰਸ਼ਨ ਹੋਵੇਗਾ ਉਹਦੇ ਵਿੱਚ ਵੀ 6 ਪ੍ਰਸ਼ਨ ਆਣੇ ਜਿਹਦੇ 'ਚ ਟਰੂ ਫਾਲਸ, ਫੁੱਲ ਫਾਰਮਸ, ਸ਼ਾਰਟਕਟ ਕੀ ਜਾਂ ਵਨ ਵਰਡ ਆਨਸਰ ਵਾਲੇ ਕੁਐਸਚਨਸ ਹੋ ਸਕਦੇ ਨੇ। ਤੇ ਜਿਹੜਾ ਭਾਗ ਐੜਾ ਹੈ ਇਹਦੇ ਵਿੱਚ 4-4 ਅੰਕਾਂ ਵਾਲੇ 5 ਪ੍ਰਸ਼ਨ ਆਣਗੇ ਤੇ ਕੁਝ ਪ੍ਰਸ਼ਨਾਂ 'ਚ ਇੰਟਰਨਲ ਚੁਆਇਸ ਵੀ ਹੋਵੇਗੀ। ਤੇ ਜਿਹੜਾ ਭਾਗ ਈੜੀ ਹੈ ਇਹਦੇ ਵਿੱਚ 6-6 ਅੰਕਾਂ ਵਾਲੇ 2 ਪ੍ਰਸ਼ਨ ਹੋਣਗੇ ਜਿਨ੍ਹਾਂ 'ਚ ਵੀ ਇੰਟਰਨਲ ਚੁਆਇਸ ਹੋਵੇਗੀ। ਜਿਹੜੇ ਇੱਕ ਨੰਬਰ ਵਾਲੇ ਕੁਐਸਚਨ ਹੈ ਉਹ ਤੇ ਹਰ ਪਾਰਟ 'ਚੋਂ ਆਣੇ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨੀਚੇ ਕਿ ਇੱਕ ਨੰਬਰ ਵਾਲੇ ਕੁਐਸਚਨ ਜਿਹੜੇ ਹੈ ਹਰ ਪਾਰਟ 'ਚੋਂ ਕਿਸੇ 'ਚ 2, ਕਿਸੇ 'ਚ 1, ਕਿਸੇ 'ਚੋਂ 3 ਆ ਰਹੇ ਨੇ। ਤੇ ਜਦੋਂ 4-4 ਨੰਬਰ ਵਾਲੇ ਪ੍ਰਸ਼ਨਾਂ ਦੀ ਤਿਆਰੀ ਕਰਨੀ ਹੈ ਤੇ ਉਹ ਤੁਸੀਂ ਦੇਖਣਾ ਹੈ ਕਿ ਪਹਿਲੇ ਪਾਰਟ ਵਿੱਚ 4 ਨੰਬਰ ਦਾ ਕੁਐਸਚਨ ਆਏਗਾ ਵਿਦ ਇੰਟਰਨਲ ਚੁਆਇਸ, ਫਿਰ ਦੂਜੇ ਪਾਰਟ 'ਚ ਵੀ 4 ਨੰਬਰ ਦਾ ਕੁਐਸਚਨ ਆਏਗਾ, ਤੀਜੇ ਪਾਰਟ ਵਿੱਚ 4 ਨੰਬਰ ਕੁਐਸਚਨ ਕੋਈ ਨਹੀਂ ਆਣਾ, ਚੌਥੇ ਪਾਰਟ 'ਚ 4 ਨੰਬਰ ਕੁਐਸਚਨ ਆਏਗਾ, ਪੰਜਵੇਂ ਪਾਰਟ 'ਚ 4 ਨੰਬਰ ਪ੍ਰਸ਼ਨ ਕੋਈ ਨਹੀਂ ਆਣਾ, ਛੇਵੇਂ ਪਾਰਟ ਵਿੱਚੋਂ 4 ਨੰਬਰ ਦਾ ਪ੍ਰਸ਼ਨ ਆਏਗਾ ਵਿਦ ਇੰਟਰਨਲ ਚੁਆਇਸ ਤੇ 7ਵੇਂ ਪਾਰਟ 'ਚੋਂ ਵੀ 4 ਨੰਬਰ ਦਾ ਇੱਕ ਪ੍ਰਸ਼ਨ ਆਏਗਾ ਤੇ 8ਵੇਂ 9ਵੇਂ ਪਾਰਟ 'ਚੋਂ 4-4 ਨੰਬਰ ਪ੍ਰਸ਼ਨ ਕੋਈ ਨਹੀਂ ਆਏਗਾ। ਜੇਕਰ ਇਹ ਵੱਡੇ ਪ੍ਰਸ਼ਨਾਂ ਦੀ ਗੱਲ ਕਰੀਏ 6-6 ਅੰਕਾਂ ਵਾਲੇ ਉਸ ਦੇ 2 ਪਾਰਟ 'ਚੋਂ ਆਣਗੇ, ਪਾਰਟ 3 'ਚ ਤੇ ਪਾਰਟ 5 'ਚੋਂ ਤੇ ਇਹਦੇ 'ਚ ਇੰਟਰਨਲ ਚੁਆਇਸ ਹੋਵੇਗੀ। ਇਸ ਕਰਕੇ ਜਦੋਂ ਤੁਸੀਂ ਪੇਪਰ ਦੀ ਤਿਆਰੀ ਕਰਨੀ ਹੈ ਤੇ ਪੈਟਰਨ ਨੂੰ ਧਿਆਨ 'ਚ ਰੱਖ ਕੇ ਕਰਨਾ ਹੈ ਕਿ ਜਿਹੜੇ ਪਾਰਟ ਵਿੱਚੋਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਨਹੀਂ ਆਣੇ ਉਹ ਤੁਸੀਂ ਪਾਰਟ 'ਚੋਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਯਾਦ ਨਹੀਂ ਕਰਨੇ ਤੇ ਪੈਟਰਨ ਨੂੰ ਧਿਆਨ 'ਚ ਰੱਖਣਾ ਹੈ। ਤੇ ਇਹ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਪੂਰੇ ਸਿਲੇਬਸ ਦੀ ਜਿਹੜੀ ਦੁਹਰਾਈ ਹੈ ਉਹ ਚੰਗੀ ਤਰ੍ਹਾਂ ਕਰ ਲੈਣੀ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਗ ਊੜਾ। ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਇੱਕ ਨੰਬਰ ਵਾਲੇ 18 ਕੁਐਸਚਨ ਆਣੇ ਆ। ਇਹ 3 ਭਾਗਾਂ 'ਚ ਵੰਡਿਆ ਹੋਏਗਾ। ਜਿਹੜਾ ਪਹਿਲਾ ਭਾਗ ਹੋਏਗਾ ਉਹ ਹੋਏਗਾ ਬਹੁਪਸੰਦੀ ਮਤਲਬ ਬਹੁਵਿਕਲਪੀ ਜਿਹਨੂੰ ਬੋਲਦੇ ਆ MCQ। ਨੰਬਰ 1 MS ਵਰਡ ਵਿੱਚ ਡੈਸ਼ ਆਪਸ਼ਨ ਪੇਜ ਦੇ ਢਾਂਚੇ ਅਤੇ ਲੇਆਊਟ ਨੂੰ ਬਦਲਦਾ ਹੈ। ਇਸ ਦੇ ਆਪਸ਼ਨ ਨੇ ਫਾਰਮੈਟ, ਪ੍ਰਿੰਟ ਐਂਡ ਪ੍ਰਿੰਟ ਪ੍ਰੀਵਿਊ, ਪੇਜ ਸੈਟਅਪ ਜਾਂ ਪ੍ਰੂਫਿੰਗ। ਤੇ ਇਸ ਦਾ ਸਹੀ ਆਨਸਰ ਹੈ ਪੇਜ ਸੈਟਅਪ। ਕਿ ਪੇਜ ਸੈਟਅਪ ਦੀ ਮਦਦ ਨਾਲ ਅਸੀਂ ਪੇਜ ਦਾ ਢਾਂਚਾ ਤੇ ਉਹਦੀ ਲੇਆਊਟ ਨੂੰ ਬਦਲ ਸਕਦੇ ਹਾਂ ਕਿ ਪੇਜ ਦਾ ਜਿਹੜਾ ਪ੍ਰਿੰਟ ਆਊਟ A4 ਤੇ ਕੱਢਣਾ ਹੈ, ਪੋਰਟਰੇਟ ਕਰਨਾ ਹੈ, ਲੈਂਡਸਕੇਪ ਕਰਨਾ ਹੈ, ਉਹ ਅਸੀਂ ਇਸ ਆਪਸ਼ਨ ਦੀ ਮਦਦ ਨਾਲ ਕਰ ਸਕਦੇ ਹਾਂ। ਕਿਹੜੇ ਆਪਸ਼ਨ ਨਾਲ? ਪੇਜ ਸੈਟਅਪ ਨਾਲ। ਨੰਬਰ 2 ਡੈਸ਼ ਇੱਕ 2 ਪੋਰਟ ਉਪਕਰਨ ਹੈ। ਇਸ ਦੇ ਆਪਸ਼ਨ ਨੇ ਹਬ, ਸਵਿਚ, ਰਾਊਟਰ ਜਾਂ ਬ੍ਰਿਜ। ਤੇ ਇਹਦਾ ਆਨਸਰ ਹੈਗਾ ਬ੍ਰਿਜ। ਕਿ ਬ੍ਰਿਜ ਕੀ ਕਰਦਾ ਹੈ? 2 ਨੈਟਵਰਕਾਂ ਨੂੰ ਆਪਸ ਵਿੱਚ ਜੋੜਦਾ ਹੈ, ਇਸ ਕਰਕੇ ਇਹ 2 ਪੋਰਟ ਉਪਕਰਨ ਹੈ। ਜੇ ਪੁੱਛਿਆ ਜਾਏ ਕਿ ਡੈਸ਼ ਇੱਕ ਮਲਟੀ ਪੋਰਟ ਉਪਕਰਨ ਹੈ ਤੇ ਉਹਦਾ ਆਨਸਰ ਹੋਏਗਾ ਹਬ। ਤੇ ਬ੍ਰਿਜ ਕੁਝ ਇਸ ਤਰ੍ਹਾਂ ਹੁੰਦਾ ਹੈ, ਦੇਖੋ ਕਿ ਇੱਕ ਨੈਟਵਰਕ ਤੁਹਾਨੂੰ ਖੱਬੇ ਪਾਸੇ ਨਜ਼ਰ ਆ ਰਿਹਾ, ਇੱਕ ਸੱਜੇ ਪਾਸੇ ਨਜ਼ਰ ਆ ਰਿਹਾ ਤੇ ਵਿਚਕਾਰ ਕੀ ਲੱਗੇਦਾ ਹੈ? ਬ੍ਰਿਜ। ਕਿ ਬ੍ਰਿਜ ਇੱਕ ਡਿਵਾਈਸ ਹੈ ਜਿਹੜੀ ਦੋਨੋਂ ਨੈਟਵਰਕਸ ਨੂੰ ਆਪਸ ਵਿੱਚ ਜੋੜਦੀ ਪਈ ਹੈ। ਨੰਬਰ 3 ਇਨਫੋਰਮੇਸ਼ਨ ਟੈਕਨੋਲੋਜੀ ਮੀਨਸ IT ਇੱਕ ਅਜਿਹਾ ਖੇਤਰ ਹੈ ਜਿਸ ਦੇ ਤਹਿਤ ਕੰਪਿਊਟਰ ਜਾਂ ਹੋਰ ਭੌਤਿਕ ਉਪਕਰਨ ਮੀਨਸ ਹਾਰਡਵੇਅਰ ਸੌਫਟਵੇਅਰ ਦੀ ਵਰਤੋਂ ਇਲੈਕਟ੍ਰੋਨਿਕ ਡਾਟਾ ਨੂੰ ਬਣਾਉਣ, ਡੈਸ਼ ਸੁਰੱਖਿਅਤ ਕਰਨ ਅਤੇ ਆਦਾਨ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਇਸ ਦੇ ਆਪਸ਼ਨ ਨੇ ਐਕਸੈਸ ਕਰਨ, ਪ੍ਰਕਿਰਿਆ ਕਰਨ, ਪਰਿਭਾਸ਼ਿਤ ਕਰਨ ਜਾਂ ਸੇਵ ਕਰਨ। ਤੇ ਇਸ ਦਾ ਸਹੀ ਆਨਸਰ ਹੈ ਪ੍ਰਕਿਰਿਆ ਕਰਨ। ਨੰਬਰ 4 ਈ-ਕਮਰਸ ਡੈਸ਼ ਈ-ਕਮਰਸ ਦੀ ਇੱਕ ਕਿਸਮ ਹੈ ਜਿਸ ਵਿੱਚ ਕੰਪਨੀ ਅਤੇ ਖਪਤਕਾਰ ਸ਼ਾਮਲ ਹੁੰਦੇ ਹਨ। ਇਸ ਦੇ ਆਪਸ਼ਨ ਨੇ B2B, B2C, C2C ਜਾਂ ਕੋਈ ਨਹੀਂ। ਤਾਂ ਇਸ ਦਾ ਸਹੀ ਆਨਸਰ ਹੈ B2C। ਮਤਲਬ ਪੁੱਛਿਆ ਕਿ ਉਹ ਈ-ਕਮਰਸ ਦੀ ਕਿਹੜੀ ਕਿਸਮ ਹੈ ਜਿਸ 'ਚ ਕੰਪਨੀ ਅਤੇ ਖਪਤਕਾਰ ਸ਼ਾਮਲ ਹੁੰਦੇ ਹਨ। ਮਤਲਬ B2C ਬਿਜ਼ਨਸ ਟੂ ਕੰਜ਼ਿਊਮਰ ਕਿ ਕੰਪਨੀ ਤੋਂ ਖਪਤਕਾਰ। B2B ਦਾ ਮਤਲਬ ਹੁੰਦਾ ਹੈ ਬਿਜ਼ਨਸ ਟੂ ਬਿਜ਼ਨਸ ਤੇ C2C ਦਾ ਮਤਲਬ ਕਸਟਮਰ ਟੂ ਕਸਟਮਰ ਜਾਂ ਕੰਜ਼ਿਊਮਰ ਟੂ ਕੰਜ਼ਿਊਮਰ।
ਨੰਬਰ 5 ਡੈਸ਼ ਉਹ ਸ਼ੀਟਸ ਦਾ ਸਮੂਹ ਹੁੰਦਾ ਹੈ ਜੋ ਇੱਕ ਦੂਜੇ ਉੱਪਰ ਨਜ਼ਰ ਆਉਂਦੀਆਂ ਹਨ। ਇਸ ਦੇ ਆਂਸਰ ਨੇ ਮਾਸਕਿੰਗ, ਟੂਲਸ, ਲੇਅਰਸ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਸਹੀ ਆਂਸਰ ਹੈ ਲੇਅਰਸ। ਜਦੋਂ ਅਸੀਂ ਕਿਸੇ ਫੋਟੋ ਨੂੰ ਐਡਿਟ ਕਰਦੇ ਹਾਂ ਕਿਸੇ ਵੀ ਸੌਫਟਵੇਅਰ 'ਚ, ਮੰਨ ਲਓ ਕਿ ਆਪਾਂ GIMP ਦੀ ਗੱਲ ਕਰੀਏ, ਉਹਦੇ 'ਚ ਕੀ ਹੁੰਦਾ ਕਿ ਜਿਹੜੀ ਪਿਕਚਰ ਹੈਗੀ ਹੈ ਉਹਦੇ ਉੱਤੇ ਅਲੱਗ-ਅਲੱਗ ਸ਼ੀਟਸ ਹੁੰਦੀਆਂ, ਉਹਨਾਂ ਨੂੰ ਕੀ ਕਿਹਾ ਜਾਂਦਾ? ਲੇਅਰਸ। ਤੇ ਲੇਅਰਸ ਦੀ ਮਦਦ ਨਾਲ ਅਸੀਂ ਫੋਟੋ ਦੀ ਜਿਹੜੀ ਐਡੀਟਿੰਗ ਹੈ ਉਹ ਆਸਾਨੀ ਨਾਲ ਤੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਨੰਬਰ 6 ਵੀਡੀਓ ਨੂੰ ਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ਡੈਸ਼ ਕਿਹਾ ਜਾਂਦਾ ਹੈ। ਇਸ ਦੇ ਆਪਸ਼ਨ ਨੇ ਮਰਜਿੰਗ, ਸਪਲਿਟਿੰਗ, ਕੰਪਰੈਸਿੰਗ ਜਾਂ ਅਨਕੰਪਰੈਸਿੰਗ। ਤੇ ਇਸ ਦਾ ਸਹੀ ਆਂਸਰ ਹੈ ਸਪਲਿਟਿੰਗ। ਕਿ ਸਪਲਿਟਿੰਗ ਦੀ ਮਦਦ ਨਾਲ ਜਿਹੜੀ ਸਾਡੀ ਵੀਡੀਓ ਹੈ ਉਸ ਨੂੰ ਅਸੀਂ ਵੱਖ-ਵੱਖ ਭਾਗਾਂ ਵਿੱਚ ਵੰਡ ਸਕਦੇ ਹਾਂ। ਨੈਕਸਟ ਪਹਿਲੇ ਭਾਗ 'ਚ ਖਾਲੀ ਥਾਵਾਂ, ਇਹ ਵੀ 6 ਹੈਗੀਆਂ। ਤੇ ਪਹਿਲਾ ਹੈ ਪੇਜ ਸੈਟਅਪ ਦੇ ਲਈ ਓਰੀਐਂਟੇਸ਼ਨ ਦੇ ਦੋ ਵਿਕਲਪ ਡੈਸ਼ ਅਤੇ ਡੈਸ਼ ਹਨ। ਤੇ ਇਸ ਦਾ ਆਂਸਰ ਹੈ ਪੋਰਟਰੇਟ ਅਤੇ ਲੈਂਡਸਕੇਪ। ਜੇਕਰ ਅਸੀਂ ਕਿਸੇ ਪੇਜ ਨੂੰ ਵਰਟੀਕਲ ਪ੍ਰਿੰਟ ਕੱਢੀਏ ਉਸ ਨੂੰ ਬੋਲਦੇ ਆ ਪੋਰਟਰੇਟ, ਅਗਰ ਉਸ ਨੂੰ ਹੋਰੀਜ਼ੋਨਟਲ ਪ੍ਰਿੰਟ ਕੱਢੀਏ ਤੇ ਉਹ ਕੀ ਹੁੰਦਾ? ਲੈਂਡਸਕੇਪ। ਨੰਬਰ 2 ਡੈਸ਼ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ। ਇਸ ਦਾ ਆਂਸਰ ਹੈ ਸਵਿਚ ਕੇਸ। ਜਿਹੜੀ ਸਵਿਚ ਕੇਸ ਸਟੇਟਮੈਂਟ ਹੈ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ ਜਿਸ 'ਚ ਸਵਿਚ ਕੀਵਰਡ ਦੀ ਵਰਤੋਂ ਹੁੰਦੀ ਹੈ ਤੇ ਅਲੱਗ-ਅਲੱਗ ਕੇਸ ਵੈਲਿਊਜ਼ ਦੀ ਵਰਤੋਂ ਹੁੰਦੀ ਹੈ। ਤੇ ਇਹਦੇ 'ਚ ਮਲਟੀਪਲ ਸਾਡੇ ਕੋਲ ਕੇਸ ਹੁੰਦੇ ਨੇ ਤੇ ਇੱਕ ਸਮੇਂ ਤੇ ਇੱਕ ਹੀ ਕੇਸ ਲਾਗੂ ਹੁੰਦਾ ਹੈ। ਨੰਬਰ 3 ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਦੋ ਮੁੱਖ ਭਾਗਾਂ ਡੈਸ਼ ਅਤੇ ਡੈਸ਼ ਵਿੱਚ ਵੰਡਿਆ ਜਾ ਸਕਦਾ ਹੈ। ਇਸ ਦਾ ਆਂਸਰ ਹੈ ਟਾਈਪ 1 ਅਤੇ ਟਾਈਪ 2। ਕਿ AI ਦੇ ਦੋ ਭਾਗ ਹੁੰਦੇ ਨੇ, ਟਾਈਪ 1 ਅਤੇ ਟਾਈਪ 2। ਨੰਬਰ 4 ਈ ਗਵਰਨੈਂਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਨੂੰ ਡੈਸ਼ ਭਾਗਾਂ ਵਿੱਚ ਵੰਡਿਆ ਜਾਂਦਾ ਹੈ। 3 ਈ ਗਵਰਨੈਂਸ ਦੀਆਂ ਜਿਹੜੀਆਂ ਸੇਵਾਵਾਂ 3 ਤਰੀਕੇ ਦੀ ਹੁੰਦੀਆਂ ਹੈ, ਲੋਕਲ ਜਿਹਨੂੰ ਡੋਮੈਸਟਿਕ ਬੋਲਦੇ ਹੈ, ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ। ਨੰਬਰ 5 ਜਦੋਂ ਤਸਵੀਰ ਨੂੰ ਡੈਸ਼ ਕੀਤਾ ਜਾਂਦਾ ਹੈ ਤਾਂ ਤਸਵੀਰ ਦੀ ਕੁਆਲਿਟੀ ਘਟਦੀ ਹੈ। ਤਾਂ ਇਸ ਦਾ ਆਂਸਰ ਹੈ ਸਕੇਲਡ। ਮੀਨਸ ਕਿ ਜਦੋਂ ਆਪਾਂ ਕੋਈ ਤਸਵੀਰ ਹੈ ਉਹਦਾ ਸਾਈਜ਼, ਉਹਦਾ ਆਕਾਰ ਵਧਾਉਂਦੇ ਹਾਂ ਤੇ ਉਹਦੇ ਨਾਲ ਕੀ ਹੋਏਗਾ? ਪਿਕਚਰ ਜਿਹੜੀ ਹੈ ਉਹ ਬਲਰ ਹੋ ਜਾਂਦੀ ਹੈ ਤੇ ਉਹਦੀ ਕੁਆਲਿਟੀ ਜਿਹੜੀ ਹੈ ਉਹ ਘਟ ਜਾਂਦੀ ਹੈ। ਨੰਬਰ 6 ਡੈਸ਼ ਫਾਰਮੈਟ ਇੱਕ ਆਮ ਆਡੀਓ ਫਾਰਮੈਟ ਹੈ ਜੋ ਇਲੈਕਟ੍ਰੋਨਿਕ ਡਿਵਾਈਸਿਸ ਵਿੱਚ ਵੱਡੇ ਪੱਧਰ ਤੇ ਪਲੇ ਕੀਤਾ ਜਾਂਦਾ ਹੈ। ਤੇ ਇਸ ਦਾ ਆਂਸਰ ਹੈ MP3। ਤੇ MP3 ਤੁਹਾਨੂੰ ਪਤਾ ਹੈ ਆਡੀਓ ਗਾਣੇ ਨੇ, ਆਡੀਓ ਫਾਰਮੈਟ ਹੈ ਜਿਹੜੇ ਸਭ ਤੋਂ ਜ਼ਿਆਦਾ ਵਰਤੇ ਜਾਂਦੇ ਨੇ। ਮੰਨ ਲਓ ਮੋਬਾਈਲ 'ਚ ਆਡੀਓ ਗਾਣੇ ਹੈ, ਕੋਈ ਤੁਸੀਂ ਆਪਣੀ ਕਾਰ 'ਚ CD ਲਗਾਈ ਦੀ ਹੈ ਜਾਂ ਗਾਣਿਆਂ ਦੀ DVD ਲਗਾਈ ਦੀ ਹੈ, ਉਹ ਮੋਸਟਲੀ ਕਿਹੜਾ ਫਾਰਮੈਟ ਹੁੰਦਾ ਹੈ? MP3। ਤੇ MP3 ਫਾਰਮੈਟ ਨੂੰ ਅਸੀਂ ਆਸਾਨੀ ਨਾਲ ਕਿਸੇ ਵੀ ਇਲੈਕਟ੍ਰੋਨਿਕ ਜੰਤਰ ਜਾਂ ਡਿਵਾਈਸ ਤੇ ਚਲਾ ਸਕਦੇ ਹਾਂ। ਨੈਕਸਟ ਊੜੇ ਭਾਗ 'ਚ ਤੀਸਰਾ ਪ੍ਰਸ਼ਨ ਹੈ ਪੂਰੇ ਨਾਮ, ਬਹੁਤ ਛੋਟਾ ਪ੍ਰਸ਼ਨ ਜਾਂ ਸਹੀ ਗਲਤ। ਇਹ ਵੀ 6 ਨੇ ਕਿਉਂਕਿ ਟੋਟਲ 18 ਨੰਬਰ ਦਾ ਪੇਪਰ ਤੁਹਾਨੂੰ ਦੱਸਿਆ ਸੀ ਕਿ ਊੜੇ ਭਾਗ 'ਚੋਂ ਆਏਗਾ। ਪਹਿਲੇ ਗੱਲ ਕਰਦੇ ਹਾਂ UTP ਦੀ, ਕਿ UTP ਦੀ ਫੁੱਲ ਫਾਰਮ ਕੀ ਹੁੰਦੀ ਹੈ। UTP ਦਾ ਮਤਲਬ ਹੈ ਅਨਸ਼ੀਲਡਡ ਟਵਿਸਟਡ ਪੇਅਰ। ਟਵਿਸਟਡ ਪੇਅਰ ਬਾਰੇ ਦੱਸਣਾ ਚਾਹਾਂਗਾ ਕਿ ਟਵਿਸਟਡ ਪੇਅਰ ਇੱਕ ਕੇਬਲ ਹੁੰਦੀ ਹੈ ਜਿਹੜੀ ਇੱਕ ਗਾਈਡਡ ਮੀਡੀਆ ਹੈ ਤੇ ਜਿਹੜੀ ਪਹਿਲੇ ਸਮੇਂ 'ਚ ਜਾਂ ਕੁਝ ਸਮੇਂ ਪਹਿਲੇ ਆਪਾਂ ਕਹਿ ਸਕਦੇ ਹਾਂ ਕਿ ਟੈਲੀਫੋਨ ਨੈਟਵਰਕ ਵਿੱਚ ਵਰਤੀ ਜਾਂਦੀ ਸੀ। ਇਹ 'ਚ ਦੋ ਤਾਰਾਂ ਹੁੰਦੀਆਂ ਨੇ ਜਿਹੜੀਆਂ ਆਪਸ 'ਚ ਲਿਪਟੀਆਂ ਹੁੰਦੀਆਂ ਨੇ। ਨੰਬਰ 2 GPS। ਕਿ GPS ਦੀ ਫੁੱਲ ਫਾਰਮ ਕੀ ਹੁੰਦੀ ਹੈ। GPS ਦੀ ਫੁੱਲ ਫਾਰਮ ਹੈ ਗਲੋਬਲ ਪੋਜੀਸ਼ਨਿੰਗ ਸਿਸਟਮ। ਮੰਨ ਲਓ ਆਪਾਂ ਕਿਸੇ ਦੂਜੇ ਸ਼ਹਿਰ 'ਚ ਜਾਂਦੇ ਹਾਂ, ਸਾਨੂੰ ਉਸ ਸ਼ਹਿਰ ਦੇ ਵਿੱਚ ਕਿਸੇ ਚੀਜ਼ ਦਾ ਨਹੀਂ ਪਤਾ ਲੱਗ ਰਿਹਾ, ਅਸੀਂ ਮੋਬਾਈਲ ਤੇ ਗੂਗਲ ਮੈਪ ਔਨ ਕਰਕੇ ਉਸ ਲੋਕੇਸ਼ਨ ਨੂੰ ਆਸਾਨੀ ਨਾਲ ਫਾਈਂਡ ਆਊਟ ਕਰ ਸਕਦੇ ਹਾਂ GPS ਦੀ ਮਦਦ ਨਾਲ। ਨੰਬਰ 3 NLP। NLP ਦਾ ਪੂਰਾ ਨਾਮ ਹੈ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ। ਇਹ ਇੱਕ AI ਦਾ ਟੌਪਿਕ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਟੌਪਿਕ ਹੈ। ਜਦੋਂ ਅਸੀਂ ਕਿਸੇ ਕੰਪਿਊਟਰ ਨੂੰ ਜਾਂ ਇਲੈਕਟ੍ਰੋਨਿਕ ਡਿਵਾਈਸ ਨੂੰ ਬੋਲ ਕੇ ਕਮਾਂਡ ਦਿੰਦੇ ਹਾਂ ਉਸ ਨੂੰ ਕਿਹਾ ਜਾਂਦਾ ਹੈ NLP, ਜਿਵੇਂ ਕਿ ਅਲੈਕਸਾ। ਨੰਬਰ 4 ਕੋਈ ਦੋ ਇਨਫੋਰਮੇਸ਼ਨ ਸਿਸਟਮਾਂ ਦੇ ਨਾਮ ਲਿਖੋ। ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਜਿਸ ਨੂੰ MIS ਕਿਹਾ ਜਾਂਦਾ ਹੈ ਤੇ ਇੱਕ ਡਿਸੀਜਨ ਸਪੋਰਟ ਸਿਸਟਮ ਜਿਸ ਨੂੰ DSS ਕਿਹਾ ਜਾਂਦਾ ਹੈ। ਇੱਕ TPS ਵੀ ਹੁੰਦਾ ਹੈ, ਟ੍ਰਾਂਜੈਕਸ਼ਨ ਪ੍ਰੋਸੈਸਿੰਗ ਸਿਸਟਮ। ਨੰਬਰ 5 ਹੈ GIF ਦੀ ਫੁੱਲ ਫਾਰਮ। ਤੇ GIF ਦੀ ਫੁੱਲ ਫਾਰਮ ਹੈ ਗ੍ਰਾਫਿਕਸ ਇੰਟਰਚੇਂਜ ਫਾਰਮੈਟ। ਤੁਸੀਂ ਦੇਖਿਆ ਹੋਣਾ WhatsApp ਤੇ ਤੁਹਾਨੂੰ ਕਈ ਵਾਰੀ ਫੋਟੋਜ਼ ਆਉਂਦੀਆਂ ਹੈਗੀਆਂ, ਉਹ ਫੋਟੋ ਥੋੜ੍ਹੀਆਂ ਬਲਿੰਕ ਕਰਦੀਆਂ ਨਜ਼ਰ ਆਉਂਦੀਆਂ, ਮੂਵ ਕਰਦੀਆਂ ਨਜ਼ਰ ਆਉਂਦੀਆਂ, ਉਹਨਾਂ ਨੂੰ ਕਿਹਾ ਜਾਂਦਾ GIF, ਗ੍ਰਾਫਿਕਸ ਇੰਟਰਚੇਂਜ ਫਾਰਮੈਟ। ਕਈ ਵਾਰ ਸਟਿਲ ਪਿਕਚਰ ਆਉਂਦੀ ਹੈ, ਜਿੱਦਾਂ ਗੁੱਡ ਮਾਰਨਿੰਗ ਦਾ ਮੈਸੇਜ ਆ ਗਿਆ, ਗੁੱਡ ਨਾਈਟ ਦਾ ਮੈਸੇਜ ਆ ਗਿਆ ਜਾਂ ਕੋਈ ਵਿਸ਼ ਆ ਗਈ, ਉਹ ਸਟਿਲ ਪਿਕਚਰ ਹੁੰਦੀ ਹੈ, ਉਹ ਕੋਈ ਮੂਵ ਨਹੀਂ ਕਰਦੀ, ਉਹਨੂੰ ਬੋਲਦੇ JPEG, ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ।
ਨੰਬਰ 6 ਇਹ ਟਰੂ ਫਾਲਸ ਹੈ, ਸਹੀ ਗਲਤ ਹੈ। ਮੂਵੀ ਨੂੰ ਬਣਾਉਣ ਦੇ ਕੰਮ ਨੂੰ 5 ਪੜਾਵਾਂ ਵਿੱਚ ਵੰਡਿਆ ਜਾਂਦਾ ਹੈ, ਸਹੀ ਜਾਂ ਗਲਤ? ਇਹ ਬਿਲਕੁਲ ਗਲਤ ਹੈ। ਮੂਵੀ ਨੂੰ ਬਣਾਉਣ ਦੇ 3 ਪੜਾਅ ਹੁੰਦੇ ਹੈ। ਪਹਿਲਾ ਹੁੰਦਾ ਹੈ ਜਿਹਨੂੰ ਬੋਲਦੇ ਆਪਾਂ ਸਕ੍ਰਿਪਟ ਲਿਖਣਾ, ਦੂਜਾ ਹੁੰਦਾ ਹੈ ਰਿਕਾਰਡਿੰਗ, ਜੋ ਆਪਾਂ ਰਿਕਾਰਡਿੰਗ ਕਰਦੇ ਹਾਂ। ਤੀਸਰਾ ਹੁੰਦਾ ਹੈ ਪੋਸਟ ਰਿਕਾਰਡਿੰਗ, ਮਤਲਬ ਕਿ ਰਿਕਾਰਡਿੰਗ ਤੋਂ ਬਾਅਦ ਵਾਲਾ ਕੰਮ ਜਿਹਦੇ 'ਚ ਐਡੀਟਿੰਗ ਹੁੰਦੀ ਹੈ। ਕਿ ਜਿਹੜੀ ਤੁਹਾਡਾ ਮੂਵੀ ਬਣਾਉਣ ਦੇ ਪੜਾਅ ਨੇ ਇਹ 3 ਹੁੰਦੇ ਆ, ਨਾ ਕਿ 5। ਐੜਾ ਭਾਗ, ਇਹਦੇ ਵਿੱਚ 4-4 ਅੰਕਾਂ ਵਾਲੇ 5 ਪ੍ਰਸ਼ਨ ਆਉਣਗੇ ਤੇ ਇਹ ਕਿੰਨਾ ਹੋ ਗਿਆ 20 ਨੰਬਰ ਦਾ ਪੇਪਰ। ਨੰਬਰ 1 ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿਕਲਪਾਂ ਦੀ ਵਿਆਖਿਆ ਕਰੋ, ਜਾਂ ਇਹਦੇ 'ਚ ਚੁਆਇਸ ਹੈ ਮਾਰਜਨਸ ਕੀ ਹਨ। ਪਹਿਲੇ ਗੱਲ ਕਰਦੇ ਹਾਂ ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿਕਲਪਾਂ ਦੀ ਵਿਆਖਿਆ ਕਰੋ। ਪ੍ਰਿੰਟ ਕਮਾਂਡ ਦੀ ਵਰਤੋਂ ਡਾਕੂਮੈਂਟ ਨੂੰ ਪ੍ਰਿੰਟ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਸ਼ਾਰਟਕਟ ਕੀ ਕੰਟਰੋਲ P ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਪ੍ਰਿੰਟ ਪ੍ਰੀਵਿਊ ਦੀ। ਪ੍ਰਿੰਟ ਪ੍ਰੀਵਿਊ ਕਮਾਂਡ ਇਹ ਦੱਸਦੀ ਹੈ ਕਿ ਡਾਕੂਮੈਂਟ ਪ੍ਰਿੰਟ ਹੋਣ ਤੋਂ ਬਾਅਦ ਕਿਵੇਂ ਦਿਖੇਗਾ। ਇਸ ਦੀ ਸ਼ਾਰਟਕਟ ਕੀ ਕੰਟਰੋਲ F2 ਹੁੰਦੀ ਹੈ। ਤੁਸੀਂ ਨੀਚੇ ਦੇਖ ਰਹੇ ਹੋ ਇਹ ਜਿਹੜਾ ਆਈਕਨ ਨਜ਼ਰ ਆ ਰਿਹਾ ਹੈ ਇਹ ਪ੍ਰਿੰਟ ਦਾ ਹੈ। ਇਹਦਾ ਮਤਲਬ ਇੱਥੇ ਕਲਿੱਕ ਕਰਾਂਗੇ ਤੇ ਸਾਡਾ ਡਾਕੂਮੈਂਟ ਜਿਹੜਾ ਪ੍ਰਿੰਟ ਹੋ ਕੇ ਆ ਜਾਏਗਾ। ਤੇ ਪ੍ਰਿੰਟ ਪ੍ਰੀਵਿਊ ਕਮਾਂਡ ਵਿੱਚ ਕੀ ਹੈ ਕਿ ਜਦੋਂ ਪ੍ਰਿੰਟ ਕਮਾਂਡ ਤੇ ਜਾਂਦੇ ਹਾਂ ਉਹਦੇ ਰਾਈਟ ਸਾਈਡ ਤੇ ਇਸ ਤਰ੍ਹਾਂ ਵਿਊ ਨਜ਼ਰ ਆ ਰਿਹਾ ਹੈ, ਪ੍ਰਿੰਟ ਪ੍ਰੀਵਿਊ ਹੈ। ਇਹ ਦੱਸ ਰਿਹਾ ਕਿ ਜਦੋਂ ਆਪਾਂ ਪ੍ਰਿੰਟਿੰਗ ਕਰਾਂਗੇ ਤੇ ਇਸ ਤਰ੍ਹਾਂ ਪ੍ਰਿੰਟ ਹੋ ਕੇ ਆਏਗਾ। ਉੱਪਰੋਂ ਕਿੰਨੀ ਸਪੇਸ ਛੱਡ ਰਿਹਾ, ਨੀਚੋਂ ਕਿੰਨੀ ਛੱਡ ਰਿਹਾ, ਲੈਫਟ ਤੋਂ ਤੇ ਰਾਈਟ ਤੋਂ ਕਿੰਨੀ ਛੱਡ ਰਿਹਾ। ਨਾਲ ਹੀ ਕੁਐਸਚਨ ਹੈ ਮਾਰਜਨਸ ਕੀ ਹਨ। ਇਸ ਨੂੰ ਹਾਸ਼ੀਆ ਵੀ ਕਿਹਾ ਜਾਂਦਾ ਹੈ। ਇਹ ਦਸਤਾਵੇਜ਼ ਵਿੱਚ ਆਬਜੈਕਟ ਅਤੇ ਪੇਜ ਦੀ ਹੱਦ ਵਿਚਕਾਰਲੀ ਦੂਰੀ ਹੁੰਦੀ ਹੈ। ਮਾਰਜਨ ਇਹ ਦੱਸਦਾ ਹੈ ਕਿ ਕਿਸੇ ਪੇਜ ਦੇ ਚਾਰੇ ਪਾਸੇ ਕਿੰਨੀ ਥਾਂ ਖਾਲੀ ਹੈ। ਇਸ ਨੂੰ ਇੰਚ ਜਾਂ ਸੈਂਟੀਮੀਟਰ ਵਿੱਚ ਮਾਪਿਆ ਜਾਂਦਾ ਹੈ। ਮਾਰਜਨ 4 ਕਿਸਮ ਦੇ ਹੁੰਦੇ ਹਨ, ਟੌਪ ਮਾਰਜਨ, ਖੱਬਾ ਮਾਰਜਨ, ਸੱਜਾ ਮਾਰਜਨ ਜਾਂ ਹੇਠਾਂ ਮਾਰਜਨ। ਇਹ ਤੁਸੀਂ ਦੇਖ ਰਹੇ ਹੋ ਕਿ ਉੱਪਰੋਂ ਜਿਹੜੀ ਜਗ੍ਹਾ ਛੱਡਦੇ ਆ ਉਹਨੂੰ ਟੌਪ ਮਾਰਜਨ ਕਹਿੰਦੇ ਆ, ਜਿਹੜੇ ਖੱਬੇ ਪਾਸੋਂ ਲੈਫਟ ਮਾਰਜਨ, ਸੱਜੇ ਪਾਸੋਂ ਰਾਈਟ ਮਾਰਜਨ ਤੇ ਨੀਚੋਂ ਬੋਟਮ ਮਾਰਜਨ। ਨੰਬਰ 2 ਬ੍ਰਾਂਚਿੰਗ ਨੂੰ ਪਰਿਭਾਸ਼ਿਤ ਕਰੋ। ਇਸ ਦੀਆਂ ਵੱਖ-ਵੱਖ ਕੰਟਰੋਲ ਸਟੇਟਮੈਂਟਸ ਦੇ ਨਾਮ ਲਿਖੋ। ਇਸ ਨੂੰ ਸਿਲੈਕਸ਼ਨ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਕਿਸੇ ਸਟੇਟਮੈਂਟ ਨੂੰ ਕੰਡੀਸ਼ਨ ਦੇ ਆਧਾਰ ਤੇ ਲਾਗੂ ਕਰਨਾ ਹੋਵੇ ਤਾਂ ਬ੍ਰਾਂਚਿੰਗ ਸਟੇਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਬ੍ਰਾਂਚਿੰਗ ਕੰਟਰੋਲ ਸਟੇਟਮੈਂਟਸ 2 ਕਿਸਮ ਦੀਆਂ ਹੁੰਦੀਆਂ ਹਨ। ਨੰਬਰ 1 ਕੰਡੀਸ਼ਨਲ ਕੰਟਰੋਲ ਸਟੇਟਮੈਂਟਸ, ਉਦਾਹਰਨ ਵਜੋਂ if else ਤੇ nested if। ਨੰਬਰ 2 ਮਲਟੀ ਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ, ਇਹਦੀ ਉਦਾਹਰਨ ਹੈ ਸਵਿਚ ਕੇਸ। ਤੀਜਾ ਪ੍ਰਸ਼ਨ ਹੈ 5G ਟੈਕਨੋਲੋਜੀ ਦੀ ਪਰਿਭਾਸ਼ਾ ਦਿਓ। 5G ਦਾ ਪੂਰਾ ਨਾਮ 5ਵੀਂ ਜਨਰੇਸ਼ਨ ਹੈ। ਇਹ ਅਗਲੀ ਪੀੜ੍ਹੀ ਦੀ ਵਾਇਰਲੈਸ ਟੈਕਨੋਲੋਜੀ ਹੈ। 5G ਮੋਬਾਈਲ ਨੈਟਵਰਕ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਨਾਲ ਨਾਲ ਮਸ਼ੀਨਾਂ ਅਤੇ ਹੋਰ ਇਲੈਕਟ੍ਰੋਨਿਕ ਯੰਤਰਾਂ ਨੂੰ ਵੀ ਆਪਸ ਵਿੱਚ ਜੋੜਨ ਤੇ ਕੰਟਰੋਲ ਕਰਨ ਦਾ ਕੰਮ ਕਰੇਗਾ। 5G ਟੈਕਨੋਲੋਜੀ 4G ਤੋਂ 100 ਗੁਣਾ ਤੇਜ਼ ਹੋ ਸਕਦੀ ਹੈ। ਇਸ ਦੀ ਇੰਟਰਨੈਟ ਸਪੀਡ 20 Gbps ਤੋਂ ਵੱਧ ਹੋਵੇਗੀ। ਉਦਾਹਰਨ ਵਜੋਂ ਇਸ ਦੀ ਮਦਦ ਨਾਲ ਇੱਕ HD ਮੂਵੀ 1 ਮਿੰਟ ਵਿੱਚ ਹੀ ਡਾਊਨਲੋਡ ਕੀਤੀ ਜਾ ਸਕਦੀ ਹੈ। ਜਦੋਂ ਅਸੀਂ 4G ਟੈਕਨੋਲੋਜੀ ਯੂਜ਼ ਕਰਦੇ ਹਾਂ, 4G ਨੈਟ ਯੂਜ਼ ਕਰਦੇ ਹਾਂ, ਉਸ ਦੀ ਸਪੀਡ ਜਿਹੜੀ ਹੈ ਉਹ ਘੱਟ ਹੈ। ਉਹਦੇ ਵਿੱਚ ਜੇਕਰ ਆਪਾਂ ਕੋਈ ਹਾਈ ਸਪੀਡ ਆਪਣੀ HD ਮੂਵੀ ਡਾਊਨਲੋਡ ਕਰਨੀ ਹੈ ਉਹ ਸਮਾਂ ਲੈਂਦੀ ਹੈ। ਸੋ ਕਹਿ ਸਕਦੇ ਹਾਂ ਕਿ 5G ਟੈਕਨੋਲੋਜੀ ਜਿਹੜੀ ਹੈ ਉਹ ਫਿਊਚਰ ਦੀ ਟੈਕਨੋਲੋਜੀ ਹੈ ਜਿਸ 'ਚ ਸਾਨੂੰ ਹਾਈ ਸਪੀਡ ਨੈਟ ਮਿਲੇਗਾ। ਜਿਹੜਾ ਆਪਾਂ ਘਰ ਦੇ ਜਿਹੜੇ ਯੰਤਰ ਹੈ, ਚਾਹੇ AC ਹੈ ਜਾਂ ਮਤਲਬ ਕਿ ਆਪਣੀ ਸਾਡੀ LED ਹੈ, ਉਹਨਾਂ ਨੂੰ ਅਸੀਂ ਆਪਣੇ ਮੋਬਾਈਲ ਨਾਲ ਹੀ ਕੰਟਰੋਲ ਕਰ ਸਕਾਂਗੇ। ਚੌਥਾ ਪ੍ਰਸ਼ਨ ਹੈ ਨੈਟ ਬੈਂਕਿੰਗ ਬਾਰੇ ਜਾਣਕਾਰੀ ਦਿਓ ਜਾਂ ਡਿਜੀਟਾਈਜੇਸ਼ਨ ਤੋਂ ਕੀ ਭਾਵ ਹੈ। ਮੀਨਸ ਕਿ ਚੌਥੇ ਕੁਐਸਚਨ 'ਚ ਵੀ ਚੁਆਇਸ ਹੋਵੇਗੀ। ਨੈਟ ਬੈਂਕਿੰਗ ਬਾਰੇ ਜਾਣਕਾਰੀ ਦਿਓ। ਇਸ ਨੂੰ ਆਨਲਾਈਨ ਜਾਂ ਇੰਟਰਨੈਟ ਬੈਂਕਿੰਗ ਵੀ ਕਿਹਾ ਜਾਂਦਾ ਹੈ। ਇਸ ਦੇ ਰਾਹੀਂ ਅਸੀਂ ਇੰਟਰਨੈਟ ਦੁਆਰਾ ਆਮ ਬੈਂਕਿੰਗ ਸੁਵਿਧਾਵਾਂ ਜਿਵੇਂ ਕਿ ਅਕਾਊਂਟ ਬੈਲੈਂਸ ਚੈੱਕ ਕਰਨਾ, ਪੈਸੇ ਟ੍ਰਾਂਸਫਰ ਕਰਨਾ, ਬਿੱਲਾਂ ਦਾ ਆਨਲਾਈਨ ਭੁਗਤਾਨ ਆਦਿ ਕੰਮ 24 ਘੰਟੇ ਕਰ ਸਕਦੇ ਹਾਂ। ਮੀਨਸ ਕਿ ਸਾਨੂੰ ਬੈਂਕ ਜਾਣ ਦੀ ਜ਼ਰੂਰਤ ਨਹੀਂ ਹੈ।
ਜਿਹੜਾ ਕੰਮ ਸਾਨੂੰ ਬੈਂਕਾਂ ਵਿੱਚ ਜਾ ਕੇ ਕਰਨਾ ਪੈਂਦਾ ਸੀ ਉਹ ਕੰਮ ਅਸੀਂ ਹੁਣ ਘਰ ਬੈਠ ਕੇ ਕਿਸੇ ਵੀ ਸਮੇਂ ਕਰ ਸਕਦੇ ਹਾਂ। ਇਸ ਨਾਲ ਸਾਡੇ ਸਮੇਂ ਦੀ ਬਚਤ ਵੀ ਹੁੰਦੀ ਹੈ। ਇਹ ਸਾਡੇ ਖਾਤਿਆਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ। ਨੈਟ ਬੈਂਕਿੰਗ ਸਾਨੂੰ ਫ੍ਰੀ ਵਿੱਚ ਮਿਲ ਜਾਂਦੀ ਹੈ। ਬੈਂਕ ਜਾ ਕੇ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ, ਤੁਹਾਨੂੰ ਕਿਟ ਮਿਲ ਜਾਂਦੀ ਹੈ, ਉਹ 'ਚ ਯੂਜ਼ਰ ਨੇਮ ਪਾਸਵਰਡ ਹੁੰਦਾ ਹੈ ਤੇ ਤੁਸੀਂ ਯੂਜ਼ਰ ਨੇਮ ਪਾਸਵਰਡ ਬਾਅਦ ਆਪਣਾ ਸੈੱਟ ਕਰਕੇ ਕਰ ਸਕਦੇ ਹੋ। ਬਿਲਕੁਲ ਸਿਕਿਉਰ ਹੈ, ਕਿਉਂਕਿ ਤੁਸੀਂ ਪਾਸਵਰਡ ਤਾਂ ਲਗਾ ਰਹੇ ਹੋ, ਉਸ ਤੋਂ ਇਲਾਵਾ ਤੁਹਾਨੂੰ 2 ਵੇ ਸਿਕਿਉਰਿਟੀ ਪ੍ਰੋਵਾਈਡ ਕਰਦਾ ਹੈ ਕਿ ਜਦੋਂ ਤੁਸੀਂ ਨੈਟ ਬੈਂਕਿੰਗ ਦਾ ਕੰਮ ਕਰਨਾ ਹੈ ਤੇ ਉਹਦਾ ਜਦੋਂ ਤੱਕ OTP ਨਹੀਂ ਆਏਗਾ ਤੁਹਾਡੇ ਫੋਨ ਤੇ ਉਨੀ ਦੇਰ ਤੱਕ ਤੁਸੀਂ ਨੈਟ ਬੈਂਕਿੰਗ ਨੂੰ ਐਕਸੈਸ ਨਹੀਂ ਕਰ ਸਕਦੇ। ਇਹਦੇ ਨਾਲ ਦੂਜਾ ਪ੍ਰਸ਼ਨ ਸੀ, ਡਿਜੀਟਾਈਜੇਸ਼ਨ ਤੋਂ ਕੀ ਭਾਵ ਹੈ? ਡਾਟਾ ਨੂੰ ਡਿਜੀਟਲ ਰੂਪ ਵਿੱਚ ਬਦਲਣ ਅਤੇ ਸੇਵ ਕਰਨ ਦੀ ਪ੍ਰਕਿਰਿਆ ਨੂੰ ਡਿਜੀਟਾਈਜੇਸ਼ਨ ਕਿਹਾ ਜਾਂਦਾ ਹੈ। ਅੱਜ ਕੱਲ੍ਹ ਤਸਵੀਰਾਂ, ਦਸਤਾਵੇਜ਼ਾਂ, ਆਡੀਓ ਅਤੇ ਵੀਡੀਓਜ਼ ਆਦਿ ਨੂੰ ਕੰਪਿਊਟਰ ਯੰਤਰਾਂ ਦੀ ਸਹਾਇਤਾ ਨਾਲ ਡਿਜੀਟਲ ਮਾਧਿਅਮ ਵਿੱਚ ਤਬਦੀਲ ਕਰਕੇ ਕੰਪਿਊਟਰ ਰਾਹੀਂ ਸਾਂਭਿਆ ਜਾਂਦਾ ਹੈ। ਮੀਨਸ ਕਿ ਪਹਿਲੇ ਆਪਾਂ ਕੀ ਕਰਦੇ, ਮੰਨ ਲਓ ਫੋਟੋਜ਼ ਹੁੰਦੀਆਂ ਸੀ, ਅਸੀਂ ਉਹਦਾ ਪ੍ਰਿੰਟ ਕਰਵਾਉਂਦੇ ਸੀ, ਬਟ ਅੱਜ ਕੱਲ੍ਹ ਕੀ ਅਸੀਂ ਮੋਬਾਈਲ 'ਚ ਫੋਟੋ ਕਲਿੱਕ ਕਰ ਲੈਂਦੇ ਹਾਂ, ਉਹਨੂੰ ਆਪਣੇ ਕੰਪਿਊਟਰ 'ਚ ਸੇਵ ਕਰ ਸਕਦੇ ਹਾਂ ਜਾਂ ਮੰਨ ਲਓ ਸੋਸ਼ਲ ਮੀਡੀਆ 'ਤੇ ਡਾਲ ਦਿੰਦੇ ਹਾਂ। ਦੈਟ ਇਜ਼ ਡਿਜੀਟਾਈਜੇਸ਼ਨ। ਇਸ ਤੋਂ ਇਲਾਵਾ ਮੰਨ ਲਓ ਕੋਈ ਸਾਡੇ ਕੋਲ PDF ਹੈਗੀ ਹੈ, ਪਹਿਲੇ ਅਸੀਂ ਮੰਨ ਲਓ ਕਾਪੀ ਦੇ ਨੋਟਸ ਬਣਾਉਂਦੇ ਸੀ, ਕਾਪੀ ਸੰਭਾਲ ਕੇ ਰੱਖਦੇ ਸੀ, ਹੁਣ ਅਸੀਂ ਕੀ ਕਰਦੇ ਹਾਂ, ਉਹਦੇ PDF ਬਣਾ ਕੇ ਵੀ ਫਿਊਚਰ ਲਈ ਰੱਖ ਲੈਂਦੇ ਹਾਂ। ਉਹ ਵੀ ਇੱਕ ਡਿਜੀਟਾਈਜੇਸ਼ਨ ਦੀ ਐਗਜ਼ਾਮਪਲ ਹੈ। ਇਸ ਤੋਂ ਇਲਾਵਾ ਕੋਈ ਵੀਡੀਓ ਤੁਸੀਂ ਬਣਾਈ ਹੈ, ਉਹਨੂੰ ਮੋਬਾਈਲ 'ਚ ਸੇਵ ਕਰ ਲਿਆ ਹੈ ਜਾਂ ਕੋਈ ਗਾਣਾ ਰਿਕਾਰਡ ਕੀਤਾ ਹੈ, ਤੇ ਉਹ ਵੀ ਇੱਕ ਡਿਜੀਟਾਈਜੇਸ਼ਨ ਦੀ ਐਗਜ਼ਾਮਪਲ ਹੈ। ਪੰਜਵਾਂ ਪ੍ਰਸ਼ਨ ਹੈ, ਸੁਵਿਧਾ ਕੇਂਦਰ ਕੀ ਹੁੰਦੇ ਹਨ, ਵਿਆਖਿਆ ਕਰੋ। ਇਸ ਦਾ ਪੂਰਾ ਨਾਮ ਸਿੰਗਲ ਯੂਜ਼ਰ ਫ੍ਰੈਂਡਲੀ ਵਿੰਡੋ ਡਿਸਪੋਜ਼ਲ ਹੈਲਪਲਾਈਨ ਫॉर ਐਪਲੀਕੈਂਟਸ ਹੈ। ਇਹਨਾਂ ਕੇਂਦਰਾਂ ਵਿੱਚ ਜਨਤਾ ਦੀਆਂ ਆਮ ਜ਼ਰੂਰਤਾਂ ਵਿੱਚ ਆਉਣ ਵਾਲੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸੇਵਾ ਕੇਂਦਰਾਂ ਵਿੱਚ ਸੇਵਾਵਾਂ ਲਈ ਇੱਕੋ ਥਾਂ ਉੱਤੇ ਸਾਰੀਆਂ ਐਪਲੀਕੇਸ਼ਨ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਹਰ ਸ਼ਹਿਰ ਅਤੇ ਪਿੰਡ ਵਿੱਚ ਸਰਕਾਰ ਨੇ ਜਿਹੜੇ ਸੁਵਿਧਾ ਕੇਂਦਰ ਓਪਨ ਕੀਤੇ ਹੋਏ ਨੇ। ਸੁਵਿਧਾ ਕੇਂਦਰ ਜਾ ਕੇ ਤੁਸੀਂ ਇਨਕਮ ਸਰਟੀਫਿਕੇਟ, ਕਾਸਟ ਸਰਟੀਫਿਕੇਟ, ਬਰਥ ਸਰਟੀਫਿਕੇਟ, ਉਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀ ਸੁਵਿਧਾਵਾਂ, ਜਿਵੇਂ ਕਿ ਆਧਾਰ ਕਾਰਡ ਨੂੰ ਮੋਡੀਫਾਈ ਕਰਵਾਉਣਾ ਹੈ, ਆਧਾਰ ਕਾਰਡ ਨਵਾਂ ਬਣਵਾਉਣਾ ਹੈ, ਫਰਦ ਕੇਂਦਰ 'ਚੋਂ ਫਰਦ ਕਢਵਾਉਣੀ ਹੈ, ਮੀਨਸ ਇਸ ਤਰ੍ਹਾਂ ਦੇ ਕਈ ਸੇਵਾਵਾਂ ਨੇ ਜਿਹੜੀਆਂ ਸਰਕਾਰ ਵੱਲੋਂ ਸੁਵਿਧਾ ਕੇਂਦਰਾਂ ਵਿੱਚ ਬਿਲਕੁਲ ਨੋਮੀਨਲ ਫੀਸ ਤੇ, ਘੱਟ ਫੀਸ ਤੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਤੇ ਇਸ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਇਹ ਬਹੁਤ ਸਮਾਂਬੱਧ ਹੁੰਦੀਆਂ ਨੇ ਤੇ ਤੁਹਾਨੂੰ ਜ਼ਿਆਦਾ ਵੇਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਪਾਗੀੜੀ ਵਿੱਚ 6 ਅੰਕਾਂ ਵਾਲੇ 2 ਪ੍ਰਸ਼ਨ ਆਉਣਗੇ, ਜਿਨ੍ਹਾਂ ਵਿੱਚ ਇੰਟਰਨਲ ਚੁਆਇਸ ਵੀ ਹੋਵੇਗੀ। ਤੇ ਪਹਿਲਾ ਹੈ, ਨੈਟਵਰਕ ਜੰਤਰ ਕੀ ਹਨ? ਕਿਸੇ ਵੀ 3 ਨੈਟਵਰਕ ਜੰਤਰਾਂ ਦਾ ਵਰਣਨ ਕਰੋ। ਜਾਂ ਪ੍ਰਸ਼ਨ ਆ ਸਕਦਾ ਹੈ, ਸੰਚਾਰ ਮੋਡ ਕੀ ਹੈ? ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ। ਤੇ ਪਹਿਲਾਂ ਗੱਲ ਕਰਦੇ ਹਾਂ, ਜਿਹੜਾ ਵੱਡਾ ਪ੍ਰਸ਼ਨ ਹੈ, ਨੈਟਵਰਕ ਜੰਤਰ ਕੀ ਹਨ? ਕਿਸੇ ਵੀ 3 ਨੈਟਵਰਕ ਜੰਤਰਾਂ ਦਾ ਵਰਣਨ ਕਰੋ। ਤੇ ਨੈਟਵਰਕ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ 2 ਜਾਂ 2 ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਦੇ ਹਾਂ ਤਾਂ ਉਸ ਨੂੰ ਨੈਟਵਰਕ ਕਿਹਾ ਜਾਂਦਾ ਹੈ। ਤੇ ਨੈਟਵਰਕ ਬਣਾਉਣ ਲਈ ਜਿਹੜੀਆਂ ਡਿਵਾਈਸਿਸ ਵਰਤੀਆਂ ਜਾਂਦੀਆਂ ਨੇ ਉਹਨਾਂ ਨੂੰ ਨੈਟਵਰਕ ਜੰਤਰ ਕਿਹਾ ਜਾਂਦਾ ਹੈ। ਨੈਟਵਰਕ ਜੰਤਰ ਉਹ ਹਾਰਡਵੇਅਰ ਜੰਤਰ ਹਨ ਜਿਨ੍ਹਾਂ ਦੀ ਵਰਤੋਂ ਨੈਟਵਰਕ ਬਣਾਉਣ ਲਈ ਕੀਤੀ ਜਾਂਦੀ ਹੈ। ਵੱਖ-ਵੱਖ ਕਿਸਮ ਦੇ ਨੈਟਵਰਕਾਂ ਵਿੱਚ ਹੱਬ, ਗੇਟਵੇ, ਰਾਊਟਰ, ਰਿਪੀਟਰ, ਬ੍ਰਿਜ ਅਤੇ ਸਵਿੱਚ ਆਦਿ ਨੈਟਵਰਕ ਜੰਤਰਾਂ ਦੀ ਵਰਤੋਂ ਹੁੰਦੀ ਹੈ ਤੇ ਹਰ ਇੱਕ ਨੈਟਵਰਕ ਜੰਤਰ ਦਾ ਵੱਖਰਾ ਕੰਮ ਹੈ। ਇਹਨਾਂ ਦੀਆਂ ਤਸਵੀਰਾਂ ਤੁਹਾਨੂੰ ਨੀਚੇ ਨਜ਼ਰ ਆ ਰਹੀਆਂ ਨੇ ਕਿ ਇਹ ਜੰਤਰ ਜਿਹੜੇ ਨੈਟਵਰਕ ਜੰਤਰ ਹੈ ਇਹ ਕਿੱਦਾਂ ਨਜ਼ਰ ਆਉਂਦੇ ਨੇ ਜਾਂ ਕਿੱਦਾਂ ਦੇ ਦਿਖਦੇ ਨੇ। ਨੈਟਵਰਕ ਜੰਤਰ ਹੇਠ ਲਿਖੇ ਅਨੁਸਾਰ ਹਨ। ਨੰਬਰ 1, ਹੱਬ ਇੱਕ ਨੈਟਵਰਕ ਜੰਤਰ ਹੈ। ਇਸ ਦੀ ਵਰਤੋਂ ਕੰਪਿਊਟਰ ਨੈਟਵਰਕ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਇੱਕ ਅਜਿਹਾ ਜੰਤਰ ਹੈ ਜੋ ਬਹੁਪੱਖੀ ਕੰਪਿਊਟਰਾਂ ਨੂੰ ਇਕਹਿਰੇ ਨੈਟਵਰਕ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਮੀਨਸ ਇਹਦੇ ਵਿੱਚ ਆਪਾਂ ਕਾਫੀ ਜ਼ਿਆਦਾ ਕੰਪਿਊਟਰਾਂ ਨੂੰ ਇੱਕ ਨੈਟਵਰਕ ਨਾਲ ਜੋੜ ਸਕਦੇ ਹਾਂ। ਇਹ ਨੈਟਵਰਕ ਵਿੱਚ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਜੋੜਦਾ ਹੈ। ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਪੈਕੇਟ ਨੂੰ ਕਾਪੀ ਕਰਨ ਦਾ ਕੰਮ ਕਰਦਾ ਹੈ। ਮੀਨਸ ਪੋਰਟ ਕਿਹਨੂੰ ਬੋਲਦੇ ਆ? ਹੱਬ ਦੀ ਬੈਕ ਸਾਈਡ ਤੇ ਤੁਹਾਨੂੰ ਕੋਈ ਸੌਕੇਟ ਨਜ਼ਰ ਆਏ ਜਿਵੇਂ ਨੀਚੇ ਦਿਖ ਰਹੀ ਹੈ, ਇਹਨੂੰ ਪੋਰਟ ਬੋਲਦੇ ਹੈ। ਤੇ ਜਦੋਂ ਇੱਕ ਪੋਰਟ ਤੋਂ ਡਾਟਾ ਦੂਜੀ ਪੋਰਟ ਤੇ ਜਾਂਦਾ ਹੈ ਤੇ ਇਹ ਡਾਟਾ ਨੂੰ ਕਾਪੀ ਕਰਨ ਦਾ ਕੰਮ ਵੀ ਕਰਦਾ ਹੈ। ਤੇ ਨੈਟਵਰਕ ਵਿੱਚ ਜਦੋਂ ਡਾਟਾ ਜਾਂਦਾ ਹੈ ਉਸ ਨੂੰ ਡਾਟਾ ਪੈਕੇਟ ਵੀ ਕਿਹਾ ਜਾਂਦਾ ਹੈ। ਹੱਬ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ। ਮੀਨਸ ਕਿ ਇਹਦੇ ਨਾਲ ਆਪਾਂ ਡਾਟਾ ਵੀ ਸ਼ੇਅਰ ਕਰ ਸਕਦੇ ਹਾਂ। ਸਧਾਰਨ ਸ਼ਬਦਾਂ 'ਚ ਅਸੀਂ ਕਹਿ ਸਕਦੇ ਹਾਂ
कि हब एक मल्टी पोर्ट जंतर है। नंबर 2 राउटर। राउटर एक नेटवर्क जंतर है। यह एक हार्डवेयर जंतर है जो कंप्यूटर नेटवर्क ਵਿੱਚ ਵਰਤਿਆ ਜਾਂਦਾ ਹੈ। ਇਹ ਨੈਟਵਰਕ ਵਿੱਚ ਡਾਟੇ ਨੂੰ ਪ੍ਰਾਪਤ ਕਰਦਾ ਹੈ, ਉਸ ਡਾਟੇ ਦਾ ਨਿਰੀਖਣ ਕਰਦਾ ਹੈ ਅਤੇ ਡਾਟੇ ਨੂੰ ਨੈਟਵਰਕ ਵਿੱਚ ਅੱਗੇ ਭੇਜਦਾ ਹੈ। ਰਾਊਟਰ ਡਾਟਾ ਪੈਕੇਟਸ ਨੂੰ ਸੋਰਸ ਤੋਂ ਡੈਸਟੀਨੇਸ਼ਨ ਤੇ ਪਹੁੰਚਾਉਣ ਲਈ ਢੁਕਵਾਂ ਰੂਟ ਵੀ ਪ੍ਰਦਾਨ ਕਰਦਾ ਹੈ। ਉਦਾਹਰਨ ਵਜੋਂ ਰਾਊਟਰ ਦੀ ਵਰਤੋਂ ਇੰਟਰਨੈਟ ਅਤੇ ਕਿਸੇ ਵੀ ਸੰਗਠਨ ਦੇ ਨੈਟਵਰਕ ਦੇ ਵਿਚਕਾਰ ਕੀਤੀ ਜਾਂਦੀ ਹੈ। ਤੇ ਰਾਊਟਰ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ISP ਜਿਹੜੀ ਕੰਪਨੀ ਦਾ ਅਸੀਂ ਨੈਟ ਲਈਦਾ ਹੈ, ਇੰਟਰਨੈਟ ਸਰਵਿਸ ਪ੍ਰੋਵਾਈਡਰ, ਉਹ ਮੋਡਮ ਨਾਲ ਜੁੜਿਆ ਹੋਇਆ ਜਿਹਦੇ ਨਾਲ ਸਾਡਾ ਨੈਟ ਚੱਲਦਾ ਹੈ ਤੇ ਮੋਡਮ ਨਾਲ ਅਸੀਂ ਰਾਊਟਰ ਜੋੜ ਦਿੱਤਾ ਹੈ। ਹੁਣ ਰਾਊਟਰ ਨਾਲ ਦੇਖੋ ਜੀ ਦੋ ਨੈਟਵਰਕ 'ਚ ਸਾਡੇ ਜਿਹੜੇ ਲੈਪਟਾਪ ਹੈ ਉਹ ਜੁੜੇ ਨਜ਼ਰ ਆ ਰਹੇ ਨੇ। ਤੇ ਰਾਊਟਰ ਦਾ ਇੱਕ ਕੰਮ ਹੋਰ ਹੈਗਾ ਕਿ ਮੰਨ ਲਓ ਆਪਾਂ ਕੋਈ ਡਾਟਾ ਪੈਕੇਟ ਭੇਜਿਆ ਹੈ, ਅੱਗੇ ਜਾ ਕੇ ਉਸ ਰੂਟ ਤੇ ਬੜਾ ਜ਼ਿਆਦਾ ਟ੍ਰੈਫਿਕ ਹੈ, ਸਾਡਾ ਪੈਕੇਟ ਨਹੀਂ ਜਾ ਪਾ ਰਿਹਾ, ਉਸ ਟਾਈਮ ਤੇ ਰਾਊਟਰ ਡਿਸਾਈਡ ਕਰਦਾ ਹੈ ਕਿ ਪੈਕੇਟ ਨੂੰ ਕਿਸ ਰੂਟ ਤੋਂ ਭੇਜਿਆ ਜਾਵੇ ਤਾਂ ਜੋ ਤੁਹਾਡਾ ਇਹ ਡਾਟਾ ਪੈਕੇਟ ਹੈ ਉਹ ਸਮੇਂ ਸਿਰ ਪਹੁੰਚ ਜਾਵੇ। ਨੰਬਰ 3 ਬ੍ਰਿਜ। ਬ੍ਰਿਜ ਇੱਕ ਨੈਟਵਰਕਿੰਗ ਜੰਤਰ ਹੈ। ਇਹ ਇੱਕ ਅਜਿਹਾ ਜੰਤਰ ਹੈ ਜੋ ਦੋ ਵੱਖਰੇ ਲੋਕਲ ਏਰੀਆ ਨੈਟਵਰਕਾਂ ਨੂੰ ਆਪਸ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ। ਬ੍ਰਿਜ OSI ਮਾਡਲ ਦੀ ਡਾਟਾ ਲਿੰਕ ਲੇਅਰ ਤੇ ਕੰਮ ਕਰਦਾ ਹੈ। ਇਹ ਡਾਟਾ ਲਿੰਕ ਲੇਅਰ ਤੇ ਡਾਟਾ ਪੈਕੇਟਸ ਨੂੰ ਫਿਲਟਰਿੰਗ ਕਰਨ ਦਾ ਕੰਮ ਵੀ ਕਰਦਾ ਹੈ। ਇਹ ਦੋ ਪੋਰਟ ਜੰਤਰ ਹੈ। ਇਸ ਦੀ ਸਿੰਗਲ ਇਨਪੁਟ ਅਤੇ ਸਿੰਗਲ ਆਊਟਪੁੱਟ ਪੋਰਟ ਹੁੰਦੀ ਹੈ। ਤੇ ਸਧਾਰਨ ਸ਼ਬਦਾਂ 'ਚ ਗੱਲ ਕਰੀਏ ਤਾਂ ਬ੍ਰਿਜ ਕੀ ਕਰਦਾ ਹੈ? ਬ੍ਰਿਜ ਦੋ ਨੈਟਵਰਕਸ ਨੂੰ ਜਾਂ ਦੋ ਵੱਖ-ਵੱਖ ਤਰ੍ਹਾਂ ਦੇ ਨੈਟਵਰਕਸ ਨੂੰ ਡਿਸਿਮਿਲਰ ਨੈਟਵਰਕਸ ਨੂੰ ਆਪਸ ਵਿੱਚ ਜੋੜਦਾ ਹੈ। ਇਹਦੇ ਨਾਲ ਹੀ ਚੁਆਇਸ ਪ੍ਰਸ਼ਨ ਹੈ, ਸੰਚਾਰ ਮੋਡ ਕੀ ਹੈ? ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ। ਸੰਚਾਰ ਮੋਡ ਨੂੰ ਟਰਾਂਸਮਿਸ਼ਨ ਮੋਡ ਵੀ ਕਿਹਾ ਜਾਂਦਾ ਹੈ। ਸੰਚਾਰ ਮੋਡ ਇੱਕ ਨੈਟਵਰਕ ਵਿੱਚ ਜੁੜੇ ਦੋ ਜੰਤਰਾਂ ਵਿਚਕਾਰ ਡਾਟਾ ਜਾਂ ਸੂਚਨਾ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਹੈ। ਸੰਚਾਰ ਮੋਡ ਤਿੰਨ ਕਿਸਮ ਦੇ ਹੁੰਦੇ ਹਨ: ਸਿੰਪਲੈਕਸ ਮੋਡ, ਹਾਫ ਡੁਪਲੈਕਸ ਮੋਡ ਤੇ ਫੁੱਲ ਡੁਪਲੈਕਸ ਮੋਡ। ਪਹਿਲਾਂ ਗੱਲ ਕਰਦੇ ਹਾਂ ਸਿੰਪਲੈਕਸ ਮੋਡ ਦੀ। ਇਸ ਮੋਡ ਵਿੱਚ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ ਕਿ ਡਾਟਾ ਇੱਕ ਹੀ ਦਿਸ਼ਾ ਵਿੱਚ ਜਾ ਸਕਦਾ ਹੈ। ਇਸ ਮੋਡ ਵਿੱਚ ਡਾਟਾ ਸਿਰਫ ਇੱਕ ਹੀ ਦਿਸ਼ਾ ਵਿੱਚ ਜਾ ਸਕਦਾ ਹੈ। ਇਸ ਮੋਡ ਵਿੱਚ ਸਿਰਫ ਇੱਕ ਜੰਤਰ ਸਿਗਨਲ ਭੇਜ ਸਕਦਾ ਹੈ ਤੇ ਦੂਸਰਾ ਜੰਤਰ ਸਿਰਫ ਸਿਗਨਲ ਪ੍ਰਾਪਤ ਕਰ ਸਕਦਾ ਹੈ। ਉਦਾਹਰਨ ਵਜੋਂ ਟੈਲੀਵਿਜ਼ਨ, ਕਿ ਆਪਾਂ ਟੈਲੀਵਿਜ਼ਨ 'ਚ ਚੈਨਲ ਦੇਖਦੇ ਹਾਂ, ਅਸੀਂ ਉਹਦਾ ਰਿਪਲਾਈ ਨਹੀਂ ਕਰ ਸਕਦੇ। ਤੇ ਇਹਦਾ ਡਾਇਗਰਾਮ ਇਸ ਤਰ੍ਹਾਂ ਹੋਏਗਾ ਕਿ ਸੈਂਡਰ ਸਿਗਨਲ ਭੇਜ ਰਿਹਾ ਤੇ ਰਿਸੀਵਰ ਰਿਸੀਵ ਕਰ ਰਿਹਾ, ਬਟ ਰਿਸੀਵਰ ਸੈਂਡਰ ਨੂੰ ਵਾਪਸ ਸਿਗਨਲ ਨਹੀਂ ਭੇਜ ਸਕਦਾ। ਦੂਜਾ ਹੈ ਹਾਫ ਡੁਪਲੈਕਸ ਮੋਡ। ਇਸ ਨੂੰ ਸੈਮੀ ਡੁਪਲੈਕਸ ਮੋਡ ਵੀ ਕਿਹਾ ਜਾਂਦਾ ਹੈ। ਇਸ ਮੋਡ ਵਿੱਚ ਸੰਚਾਰ ਦੋ ਦਿਸ਼ਾਵੀ ਹੁੰਦਾ ਹੈ ਕਿ ਦੋ ਦਿਸ਼ਾਵਾਂ 'ਚ ਜਾ ਸਕਦਾ ਹੈ, ਪਰੰਤੂ ਸੰਚਾਰ ਇੱਕੋ ਸਮੇਂ ਵਿੱਚ ਨਹੀਂ ਹੋ ਸਕਦਾ। ਉਦਾਹਰਨ ਵਜੋਂ ਵਾਕੀ ਟਾਕੀ ਸਿਸਟਮ। ਵਾਕੀ ਟਾਕੀ ਸਿਸਟਮ ਇੱਕ ਪਾਸੇ ਤੋਂ ਸੈਂਡਰ ਬੋਲਦਾ ਹੈ ਅਤੇ ਰਿਸੀਵਰ ਸੁਣਦਾ ਹੈ ਅਤੇ ਇੱਕ ਵਿਰਾਮ ਤੋਂ ਬਾਅਦ ਦੂਸਰਾ ਵਿਅਕਤੀ ਬੋਲਦਾ ਹੈ ਅਤੇ ਪਹਿਲਾ ਵਿਅਕਤੀ ਸੁਣਦਾ ਹੈ। ਤੁਸੀਂ ਵਾਕੀ ਟਾਕੀ ਦੇਖਿਆ ਹੋਣਾ ਹੈ ਕਿ ਕਈ ਵਾਰ ਤੁਸੀਂ ਮਾਰਕੀਟ ਜਾਓ, ਉੱਥੇ ਸਾਡੇ ਪੁਲਿਸਮੈਨ ਖੜੇ ਹੁੰਦੇ ਨੇ, ਉਹਨਾਂ ਦੇ ਹੱਥ 'ਚ ਇੱਕ ਡਿਵਾਈਸ ਫੜੀ ਹੁੰਦੀ ਹੈ, ਉਹਨੂੰ ਵਾਕੀ ਟਾਕੀ ਬੋਲਦੇ ਨੇ। ਨੰਬਰ 3 ਫੁੱਲ ਡੁਪਲੈਕਸ ਮੋਡ। ਇਸ ਮੋਡ ਵਿੱਚ ਸੰਚਾਰ ਦੋ ਦਿਸ਼ਾਵੀ ਹੁੰਦਾ ਹੈ। ਇਹ ਸੰਚਾਰ ਇੱਕੋ ਸਮੇਂ ਵਿੱਚ ਦੋ ਦਿਸ਼ਾਵਾਂ ਵਿੱਚ ਹੋ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਸੈਂਡਰ ਅਤੇ ਰਿਸੀਵਰ ਦੋਵੇਂ ਇੱਕੋ ਸਮੇਂ ਤੇ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ। ਇਹ ਸੰਚਾਰ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੈ। ਉਦਾਹਰਨ ਵਜੋਂ ਟੈਲੀਫੋਨ ਸਿਸਟਮ। ਦੇਖੋ ਇਹ ਡਬਲ ਐਰੋ ਲੱਗਾ ਕਿ ਇੱਕੋ ਸਮੇਂ ਤੇ ਦੋਨੋਂ ਸੈਂਡਰ ਅਤੇ ਰਿਸੀਵਰ ਆਪਸ ਵਿੱਚ ਗੱਲਬਾਤ ਕਰ ਸਕਦੇ ਨੇ। ਦੂਜਾ ਪ੍ਰਸ਼ਨ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਖੇਤਰ ਕਿਹੜੇ-ਕਿਹੜੇ ਹਨ? ਵੇਰਵਾ ਦਿਓ। ਜਾਂ ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ। ਤੇ ਪਹਿਲੇ ਆਪਾਂ ਗੱਲ ਕਰਦੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਰਤੋਂ ਦੇ ਖੇਤਰ ਕਿਹੜੇ-ਕਿਹੜੇ ਹਨ। ਕੁਐਸਚਨ ਆ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਖੇਤਰ ਜਾਂ AI ਦਾ ਮਤਲਬ ਕਹਿ ਸਕਦੇ ਕੀ ਮਹੱਤਵ ਹੈ, ਉਹ ਅਸੀਂ ਸੇਮ ਪੁਆਇੰਟ ਲਿਖ ਸਕਦੇ ਹਾਂ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਹੇਠ ਲਿਖੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਨੰਬਰ 1 ਘੁਸਪੈਠ ਦਾ ਪਤਾ ਲਗਾਉਣ ਵਾਲੇ ਸਿਸਟਮ।
इसनूं इंट्रूशन डिटेक्शन सिस्टम मीनस कि IDS भी कहा जाता है। ਇਹ ਇੱਕ ਕਿਸਮ ਦੇ ਸੁਰੱਖਿਆ ਪ੍ਰਦਾਨ ਕਰਨ ਵਾਲੇ ਸੌਫਟਵੇਅਰ ਹੁੰਦੇ ਹਨ ਜੋ ਲੋੜ ਪੈਣ ਤੇ ਆਟੋਮੈਟਿਕਲੀ ਅਲਰਟ ਕਰ ਦਿੰਦੇ ਹਨ। ਉਦਾਹਰਨ ਵਜੋਂ ਆਪਰੇਟਿੰਗ ਸਿਸਟਮ ਦਾ ਫਾਇਰਵਾਲ ਪ੍ਰੋਗਰਾਮ ਜਿੱਦਾਂ Windows 7 Windows 8 Windows 10 ਉਹ 'ਚ ਜੇ ਆਪਾਂ ਫਾਇਰਵਾਲ ਪ੍ਰੋਗਰਾਮ ਐਕਟੀਵੇਟ ਕੀਤੇ ਦਾ ਜਿਵੇਂ ਹੀ ਸਾਡੇ ਕੰਪਿਊਟਰ ਵਿੱਚ ਕੋਈ ਵਾਇਰਸ ਆਉਣ ਲੱਗ ਜਾਏਗਾ ਚਾਹੇ ਕੋਈ ਨੈਟ ਤੋਂ ਜਾਂ ਕਿਸੇ ਸਾਡੀ पोर्टेबल स्टोरेज डिवाइस तो फायरवॉल की है उस वायरस ਨੂੰ ਰੋਕ ਦੇਵੇਗਾ ਤੇ ਸਾਨੂੰ ਅਲਰਟ ਕਰ ਦੇਵੇਗਾ। ਨੰਬਰ 2 ਗੇਮਿੰਗ ਆਰਟੀਫੀਸ਼ੀਅਲ ਇੰਟੈਲੀਜੈਂਸ ਰਣਨੀਤਿਕ ਖੇਡਾਂ ਜਿਵੇਂ ਕਿ ਸ਼ਤਰੰਜ ਚੈਸ ਟਿਕ ਟੈਕ ਟੋ ਆਦਿ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਮਸ਼ੀਨ ਨੂੰ ਗੇਮਸ ਦੀਆਂ ਕਈ ਚਾਲਾਂ ਬਾਰੇ ਸੋਚਣ ਦੇ ਯੋਗ ਬਣਾਉਂਦੀ ਹੈ। ਨੰਬਰ 3 ਕੁਦਰਤੀ ਭਾਸ਼ਾ ਨੂੰ ਪ੍ਰੋਸੈਸ ਕਰਨਾ ਇਹ ਉਹਨਾਂ ਕੰਪਿਊਟਰਾਂ ਨਾਲ ਗੱਲਬਾਤ ਕਰਨ 'ਚ ਸਹਾਇਤਾ ਕਰਦਾ ਹੈ ਜੋ ਮਨੁੱਖਾਂ ਦੁਆਰਾ ਵਰਤੀ ਗਈ ਕੁਦਰਤੀ ਭਾਸ਼ਾ ਨੂੰ ਸਮਝਦੇ ਹਨ ਤੇ ਕੁਦਰਤੀ ਭਾਸ਼ਾ ਮਤਲਬ ਬੋਲਦੇ ਆ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਜਦੋਂ ਆਪਾਂ ਕੰਪਿਊਟਰ ਨੂੰ ਬੋਲ ਕੇ ਕਮਾਂਡ ਦਿੰਦੇ ਹਾਂ ਜਦ ਅਲੈਕਸਾ ਨੂੰ ਬੋਲ ਕੇ ਕਮਾਂਡ ਦਿੰਦੇ ਹਾਂ ਉਹ ਕੀ ਹੁੰਦੀ ਹੈ ਕੁਦਰਤੀ ਭਾਸ਼ਾ। ਨੰਬਰ 4 ਮਸ਼ੀਨ ਲਰਨਿੰਗ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਜਾਂ ਮਸ਼ੀਨ ਨੂੰ ਮਨੁੱਖੀ ਸਹਾਇਕ ਤੋਂ ਬਿਨਾਂ ਆਪਣੇ ਆਪ ਸਿੱਖਣ ਦੇ ਯੋਗ ਬਣਾਉਂਦਾ ਹੈ। ਨੰਬਰ 5 ਵਿਜ਼ਨ ਸਿਸਟਮ ਇਸ ਕਿਸਮ ਦੇ ਸਿਸਟਮ ਕੰਪਿਊਟਰ ਤੇ ਵਿਜ਼ੂਅਲ ਇਨਪੁਟ ਨੂੰ ਸਮਝਣ ਅਤੇ ਵਿਸ਼ਲੇਸ਼ਣ ਕਰਨ ਦੇ ਯੋਗ ਹੁੰਦੇ ਹਨ ਜਿਵੇਂ ਕਿ ਜਾਸੂਸੀ ਕਰਨ ਵਾਲਾ ਡਰੋਨ ਇਹ ਡਰੋਨ ਕੀ ਕਰ ਸਕਦਾ ਕਿ ਫੋਟੋਜ਼ ਖਿੱਚ ਕੇ ਸਾਨੂੰ ਭੇਜ ਸਕਦਾ ਹੈ। ਨੰਬਰ 6 ਆਵਾਜ਼ ਨੂੰ ਪਛਾਣਨਾ ਇੱਥੇ ਕੁਝ ਸਿਸਟਮ ਮੌਜੂਦ ਹਨ ਜੋ ਮਨੁੱਖੀ ਭਾਸ਼ਾ ਨੂੰ ਸਮਝਦੇ ਹਨ ਅਤੇ ਉਹਨਾਂ ਨਾਲ ਗੱਲ ਕਰਦੇ ਹਨ। ਇਹਦੇ ਨਾਲ ਹੀ ਚੁਆਇਸ ਕੁਐਸਚਨ ਹੈ ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ ਜਦੋਂ ਪੁੱਛਦਾ ਕਿ ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਲਾਭ ਕੀ ਨੇ ਤੁਸੀਂ ਸੇਮ ਪੁਆਇੰਟ ਲਿਖ ਸਕਦੇ ਹੋ। ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ। ਨੰਬਰ 1 ਮਹਾਰਤ ਐਕਸਪਰਟ ਸਿਸਟਮ ਕਿਸੇ ਇੱਕ ਖਾਸ ਖੇਤਰ ਵਿੱਚ ਮਹਾਰਤ ਰੱਖਦੇ ਹਨ। ਉਦਾਹਰਨ ਵਜੋਂ ਮਾਈਸਿਨ ਐਕਸਪਰਟ ਸਿਸਟਮ ਖੂਨ ਦੇ ਇਨਫੈਕਸ਼ਨ ਦੇ ਇਲਾਜ ਵਿੱਚ ਮਾਹਿਰ ਹੁੰਦਾ ਹੈ। ਤੇ ਐਕਸਪਰਟ ਸਿਸਟਮ ਬਾਰੇ ਦੱਸਣਾ ਚਾਹਾਂਗਾ ਕਿ ਐਕਸਪਰਟ ਸਿਸਟਮ ਇੱਕ ਕੰਪਿਊਟਰ ਸਿਸਟਮ ਹੁੰਦਾ ਹੈ ਜਿਹਦੇ ਵਿੱਚ ਕਿਸੇ ਐਕਸਪਰਟ ਵਿਅਕਤੀ ਦੀ ਜਿਹੜੀ ਨੌਲੇਜ ਹੈ ਉਸ ਨੂੰ ਨੌਲੇਜ ਬੇਸ ਵਿੱਚ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਤੇ ਜ਼ਰੂਰਤ ਪੈਣ ਤੇ ਅਸੀਂ ਜਿਹੜਾ ਉਹਦਾ ਲਾਭ ਲੈ ਸਕਦੇ ਹਾਂ। ਨੰਬਰ 2 ਤੁਰੰਤ ਰਿਐਕਸ਼ਨ ਐਕਸਪਰਟ ਸਿਸਟਮ ਪੁੱਛੇ ਗਏ ਸਵਾਲਾਂ ਦਾ ਤੁਰੰਤ ਜਵਾਬ ਦੇ ਦਿੰਦਾ ਹੈ। ਨੰਬਰ 3 ਲਚਕੀਲਾ ਐਕਸਪਰਟ ਸਿਸਟਮ ਸਵਾਲਾਂ ਨੂੰ ਸਮਝਣ ਵਿੱਚ ਮਾਹਿਰ ਹੁੰਦਾ ਹੈ ਅਤੇ ਕਾਫੀ ਲਚਕੀਲਾਪਨ ਦਿਖਾਉਂਦਾ ਹੈ। ਨੰਬਰ 4 ਵਿਸ਼ਵਾਸਯੋਗ ਐਕਸਪਰਟ ਸਿਸਟਮ ਵਿਸ਼ਵਾਸਯੋਗ ਹੁੰਦੇ ਹਨ ਕਿਉਂਕਿ ਇਹ ਕੋਈ ਗਲਤੀ ਨਹੀਂ ਕਰਦੇ ਇਹਨਾਂ ਵਿੱਚ ਪਹਿਲਾਂ ਤੋਂ ਹੀ ਨੌਲੇਜ ਬੇਸ 'ਚ ਨੌਲੇਜ ਫੀਡ ਕਰ ਦਿੱਤੀ ਜਾਂਦੀ ਹੈ ਉਹਦੇ ਬੇਸ ਤੇ ਐਕਸਪਰਟ ਸਿਸਟਮ ਕੰਮ ਕਰਦੇ ਨੇ। ਨੰਬਰ 5 ਫੈਸਲੇ ਦੀ ਗੁਣਤਾ ਐਕਸਪਰਟ ਸਿਸਟਮ ਉੱਚ ਗੁਣਤਾ ਦੇ ਫੈਸਲੇ ਕਰਨ ਦੇ ਯੋਗ ਹੁੰਦੇ ਹਨ। 6 ਪੁਆਇੰਟ ਹੈ ਘੱਟ ਲਾਗਤ ਇਹ ਵੱਖ-ਵੱਖ ਖੇਤਰਾਂ ਜਿਵੇਂ ਕਿ ਡਾਕਟਰੀ ਜਾਂਚ ਲਈ ਕਿਸੇ ਮਾਹਿਰ ਨਾਲ ਸਲਾਹ ਦੀ ਲਾਗਤ ਨੂੰ ਘਟਾਉਂਦੇ ਹਨ। ਕਿਸੇ ਡਾਕਟਰ ਕੋਲ ਜਾਓਗੇ ਐਕਸਪਰਟ ਡਾਕਟਰ ਕੋਲ ਜਾਓਗੇ ਉਹ ਤੁਹਾਡੇ ਕੋਲ ਫੀਸ ਚਾਰਜ ਕਰੇਗਾ ਅਲੱਗ-ਅਲੱਗ ਟੈਸਟਾਂ ਦੀ ਫੀਸ ਚਾਰਜ ਕਰੇਗਾ ਬਟ ਐਕਸਪਰਟ ਸਿਸਟਮ ਵਿੱਚ ਕੀ ਹੈ ਇਹਦੇ 'ਚ ਜਿਹੜਾ ਖਰਚ ਹੈ ਉਹ ਐਕਸਪਰਟ ਨਾਲੋਂ ਘੱਟ ਹੋਵੇਗਾ। ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ। ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ। ਤੇ ਫਾਈਨਲ ਪੇਪਰ ਦੀ ਤਿਆਰੀ ਕਰਨ ਤੋਂ ਪਹਿਲਾਂ ਇਹ ਵੀਡੀਓ ਤੁਹਾਡੇ ਲਈ ਬੜੀ ਬੈਨੀਫੀਸ਼ੀਅਲ ਰਹੇਗੀ ਬੜੀ ਫਾਇਦੇਮੰਦ ਰਹੇਗੀ ਕਿਉਂਕਿ ਅੱਜ ਪੇਪਰ ਦਾ ਪੈਟਰਨ ਵੀ ਦੱਸਿਆ ਗਿਆ ਹੈ ਇਹ ਵੀ ਦੱਸਿਆ ਗਿਆ ਹੈ ਕਿ ਕਿਹੜੇ-ਕਿਹੜੇ ਪਾਰਟ 'ਚੋਂ ਕਿੰਨੇ ਨੰਬਰਾਂ ਦੇ ਪ੍ਰਸ਼ਨ ਆਉਣਗੇ। ਬਟ ਇਹ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਪੂਰੇ ਸਿਲੇਬਸ ਦੀ ਇੱਕ ਵਾਰੀ ਡੀਪਲੀ ਸਟੱਡੀ ਗੋ ਥਰੂ ਸਟੱਡੀ ਕਰਨੀ ਹੈ ਤੇ ਜਿਹੜੇ ਕੁਐਸਚਨਾਂ ਦੇ ਆਨਸਰ ਤੁਹਾਨੂੰ ਛੋਟੇ ਲੱਗਦੇ ਨੇ ਤਾਂ ਤੁਸੀਂ ਆਪਣੀ ਬੁੱਕ ਦੀ ਹੈਲਪ ਲੈ ਕੇ ਉਹਨੂੰ ਐਕਸਟੈਂਡ ਵੀ ਕਰ ਸਕਦੇ ਹੋ। ਤੇ ਪੇਪਰ ਲਈ ਆਲ ਦੀ ਬੈਸਟ ਸ਼ੁਭ ਇੱਛਾਵਾਂ ਧੰਨਵਾਦ।